ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਿਆਹ ਤੋਂ ਬਾਅਦ ਸਿੰਮੀ ਆਪਣੇ ਸਹੁਰੇ ਘਰ ਪਹੁੰਚ ਗਈ। ਉਸਦੀ ਸੱਸ ਨਹੀਂ ਸੀ, ਉਹ ਬਹੁਤ ਸਮਾਂ ਪਹਿਲਾਂ ਗੁਜ਼ਰ ਗਈ ਸੀ। ਦਰਵਾਜ਼ੇ ਵਿੱਚ ਉਸਦਾ ਸਹੁਰਾ ਤੇ ਨਨਾਣ ਉਸਦਾ ਸਵਾਗਤ ਕਰਨ ਲਈ ਖੜੇ ਸੀ। ਬਾਕੀ ਕੁਝ ਰਿਸ਼ਤੇਦਾਰ ਤੇ ਆਂਢ ਗੁਆਂਢ ਦੇ ਲੋਕ ਵੀ ਸੀ। ਸਹੁਰੇ ਘਰ ਪਹੁੰਚਦਿਆਂ ਹੀ ਸਿੰਮੀ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ, ਕਿਉਂਕਿ ਉਸਨੂੰ ਚਿੰਤਾ ਸੀ ਕਿ ਸਹੁਰੇ ਘਰ ਦਾ ਇਹ ਸਫ਼ਰ ਉਸ ਲਈ ਕਿਵੇਂ ਦਾ ਹੋਵੇਗਾ। ਉਹ ਪਹਿਲਾਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਪਰ ਮਾਪਿਆਂ ਦੇ ਦਬਾਅ ਕਾਰਨ ਉਸਨੇ ਹਾਂ ਕਰ ਦਿੱਤੀ ਸੀ। ਪਰ ਜੱਸ ਵਰਗਾ ਜੀਵਨ ਸਾਥੀ ਮਿਲਣ ਤੋਂ ਬਾਅਦ ਉਸਦੇ ਮਨ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ ਸੀ। ਪਰ ਹੁਣ ਸਹੁਰੇ ਘਰ ਦੀ ਦਹਲੀਜ਼ 'ਤੇ ਖੜ੍ਹ ਕੇ ਉਸਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਆ ਰਹੇ ਸਨ, ਜਿਨ੍ਹਾਂ ਨੂੰ ਉਹ ਚਾਹੁੰਦੇ ਹੋਏ ਵੀ ਆਪਣੇ ਮਨ ਵਿੱਚੋਂ ਕੱਢ ਨਾ ਸਕੀ। ਹੁਣ ਸੋਚਾਂ ਵਿੱਚ ਡੁੱਬੀ ਹੋਈ ਉਹ ਘਰ ਦੇ ਅੰਦਰ ਪਹੁੰਚ ਚੁੱਕੀ ਸੀ। ਕੰਧ 'ਤੇ ਟੰਗੀ ਤਸਵੀਰ ਵੱਲ ਇਸ਼ਾਰਾ ਕਰਦਿਆਂ ਸਹੁਰੇ ਨੇ ਕਿਹਾ, "ਨੋ ਆਪਣੀ ਸੱਸ ਨੂੰ ਮੱਥਾ ਟੇਕ ਲਵੋ, ਉਸਦਾ ਵੀ ਆਸ਼ੀਰਵਾਦ ਲੈ ਲਓ।" ਜੱਸ ਤੇ ਸਿੰਮੀ ਦੋਵੇਂ ਹੱਥ ਜੋੜ ਕੇ ਤਸਵੀਰ ਅੱਗੇ ਖੜ੍ਹ ਗਏ। ਫਿਰ ਰੂਬੀ ਨੇ ਆਪਣੀ ਭਰਜਾਈ ਨੂੰ ਸੋਫੇ 'ਤੇ ਬੈਠਣ ਲਈ ਕਿਹਾ, "ਭਾਬੀ ਤੁਸੀਂ ਬੈਠੋ, ਮੈਂ ਤੁਹਾਡੇ ਲਈ ਜੂਸ ਲੈ ਕੇ ਆਉਂਦੀ ਹਾਂ।" ਜੱਸ ਨੇ ਆਪਣੀ ਭੈਣ ਦੀ ਗੁੱਤ ਖਿੱਚਦਿਆਂ ਕਿਹਾ, "ਭਾਬੀ ਆਉਂਦਿਆਂ ਹੀ ਤੂੰ ਭਰਾ ਨੂੰ ਭੁੱਲ ਗਈ, ਮੇਰੇ ਲਈ ਜੂਸ ਕੌਣ ਲਿਆਏਗਾ?" ਜੱਸ ਦੀ ਭੈਣ ਨੇ ਉਸ ਨੂੰ ਅੰਗੂਠਾ ਦਿਖਾਉਂਦੇ ਹੋਏ ਕਿਹਾ, "ਤੁਸੀਂ ਆਪਣੇ ਲਈ ਜੂਸ ਆਪ ਲੈ ਕੇ ਆਓ।" ਇਹ ਕਹਿ ਕੇ ਉਹ ਉੱਥੋਂ ਭੱਜ ਗਈ, ਪਰ ਉਹ ਰਸੋਈ ਵਿੱਚੋਂ ਸਾਰਿਆਂ ਲਈ ਜੂਸ ਲੈ ਕੇ ਆਈ। ਇਸ ਤੋਂ ਬਾਅਦ ਇੱਕ ਦੋ ਰਸਮਾਂ ਹੋਈਆਂ ਤੇ ਫਿਰ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਹੁਣ ਘਰ ਵਿੱਚ ਕੇਵਲ ਸਿੰਮੀ, ਉਸਦਾ ਸਹੁਰਾ, ਨਨਾਣ ਤੇ ਉਸਦਾ ਪਤੀ ਹੀ ਸੀ। ਸਿੰਮੀ ਬਹੁਤ ਥੱਕੀ ਹੋਈ ਲੱਗ ਰਹੀ ਸੀ, ਇਸ ਲਈ ਸਿੰਮੀ ਦੀ ਨਨਾਣ ਰੂਬੀ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਉਸ ਨੂੰ ਆਰਾਮ ਕਰਨ ਲਈ ਕਿਹਾ, "ਭਾਬੀ ਤੁਸੀਂ ਮੇਰੇ ਕਮਰੇ ਵਿੱਚ ਆਰਾਮ ਕਰੋ, ਅੱਜ ਤੁਹਾਡੇ ਕਮਰੇ ਨੂੰ ਸਪੈਸ਼ਲ ਸਜਾਉਣਾ ਹੈ।" ਇਹ ਕਹਿ ਕੇ ਉਹ ਮੁਸਕਰਾਉਂਦੀ ਹੋਈ ਕਮਰੇ 'ਚੋਂ ਬਾਹਰ ਆ ਗਈ। ਸਿੰਮੀ ਥੱਕ ਗਈ ਸੀ, ਇਸ ਲਈ ਉਹ ਬੈੱਡ 'ਤੇ ਲੇਟ ਗਈ ਤੇ ਲੇਟਦਿਆਂ ਹੀ ਉਸ ਨੂੰ ਨੀਂਦ ਆਉਣ ਲੱਗੀ। ਸ਼ਾਮ ਨੂੰ ਉਸਦੀ ਨਨਾਣ ਨੇ ਉਸ ਨੂੰ ਹਿਲਾ ਕੇ ਉਠਾਇਆ, "ਭਾਬੀ ਉੱਠੋ, ਸ਼ਾਮ ਹੋ ਗਈ ਹੈ, ਕੁਝ ਖਾ ਪੀ ਲਓ, ਉਸ ਤੋਂ ਬਾਅਦ ਤੁਸੀਂ ਤਿਆਰ ਵੀ ਹੋਣਾ ਹੈ।" ਸਿੰਮੀ ਅੱਖਾਂ ਮਲਦੀ ਹੋਈ ਉੱਠ ਪਈ। ਉਸਨੇ ਦੇਖਿਆ ਕਿ ਉਸਦੀ ਨਨਾਣ ਕਮਰੇ ਵਿੱਚ ਹੀ ਖਾਣਾ ਲੈ ਆਈ ਸੀ। ਸਿੰਮੀ ਨੇ ਆਪਣੀ ਨਨਾਣ ਨਾਲ ਖਾਣਾ ਖਾਧਾ। ਫਿਰ ਉਸਨੇ ਹੌਲੀ ਜਿਹੇ ਪੁੱਛਿਆ ਕਿ ਉਹ ਕਿੱਥੇ ਹਨ। ਰੂਬੀ ਨੇ ਮੁਸਕਰਾਉਂਦੇ ਹੋਏ ਕਿਹਾ, "ਅੱਛਾ ਜੀ, ਭਰਾ ਬਿਨਾਂ ਦਿਲ ਨਹੀਂ ਲੱਗ ਰਿਹਾ ਹੈ, ਉਹ ਬਾਜ਼ਾਰ ਗਏ ਨੇ, ਥੋੜ੍ਹੀ ਦੇਰ ਬਾਅਦ ਵਾਪਸ ਆ ਜਾਣਗੇ। ਉਹ ਤੁਹਾਡੇ ਲਈ ਕੋਈ ਖਾਸ ਤੋਹਫ਼ਾ ਲੈਣ ਗਏ ਹੋਣਗੇ।" ਇਹ ਸੁਣ ਕੇ ਸਿੰਮੀ ਮੁਸਕਰਾ ਪਈ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਰੂਬੀ ਨੇ ਸਿੰਮੀ ਨੂੰ ਬਹੁਤ ਵਧੀਆ ਢੰਗ ਨਾਲ ਤਿਆਰ ਕੀਤਾ ਤੇ ਫਿਰ ਉਸਦੇ ਕਮਰੇ ਵਿੱਚ ਲੈ ਗਈ। ਕਮਰਾ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਗਿਆ ਸੀ। ਕਮਰੇ ਵਿੱਚੋਂ ਫੁੱਲਾਂ ਦੀ ਮਿੱਠੀ ਖੁਸ਼ਬੂ ਆ ਰਹੀ ਸੀ। ਮੇਜ਼ 'ਤੇ ਮਠਿਆਈਆਂ, ਡਰਾਈ ਫਰੂਟ ਤੇ ਦੁੱਧ ਦਾ ਗਲਾਸ ਰੱਖਿਆ ਹੋਇਆ ਸੀ। ਕੁਝ ਦੇਰ ਬਾਅਦ ਉਸਦਾ ਪਤੀ ਜੱਸ ਕਮਰੇ ਵਿੱਚ ਆਇਆ। ਸਿੰਮੀ ਥੋੜ੍ਹਾ ਘਬਰਾ ਗਈ, ਉਸਦੇ ਮਨ ਵਿੱਚ ਡਰ ਦੀ ਲਹਿਰ ਲਗਾਤਾਰ ਦੌੜ ਰਹੀ ਸੀ। ਪਰ ਜਿਵੇਂ ਹੀ ਜੱਸ ਆਇਆ, ਉਸਨੇ ਉਸਦਾ ਹੱਥ ਫੜ ਲਿਆ ਤੇ ਕਿਹਾ, "ਸਿੰਮੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ, ਭਾਵੇਂ ਅਸੀਂ ਇਸ ਕਮਰੇ ਦੇ ਬਾਹਰ ਪਤੀ ਪਤਨੀ ਹਾਂ, ਪਰ ਜਦੋਂ ਤੱਕ ਤੁਸੀਂ ਨਹੀਂ ਚਾਹੁੰਦੇ, ਅਸੀਂ ਇਸ ਕਮਰੇ ਦੇ ਅੰਦਰ ਸਿਰਫ ਦੋਸਤ ਹੀ ਰਹਾਂਗੇ।" ਇਹ ਸੁਣ ਕੇ ਸਿੰਮੀ ਮੁਸਕਰਾਈ ਤੇ ਆਪਣੇ ਪਤੀ ਦੇ ਮੋਢੇ 'ਤੇ ਆਪਣਾ ਸਿਰ ਰੱਖ ਲਿਆ। ਕੁਝ ਦੇਰ ਦੋਵੇਂ ਗੱਲਾਂ ਕਰਦੇ ਰਹੇ। ਫਿਰ ਜੱਸ ਨੇ ਆਪਣੀ ਪਤਨੀ ਨੂੰ ਕਿਹਾ, "ਜਾਓ, ਫਰੈਸ਼ ਹੋ ਜਾਓ ਤੇ ਆਪਣੇ ਕੱਪੜੇ ਬਦਲ ਲਓ, ਹੁਣ ਮੈਨੂੰ ਵੀ ਨੀਂਦ ਆ ਰਹੀ ਹੈ।" ਸਿੰਮੀ ਨੇ ਉੱਠ ਕੇ ਆਪਣਾ ਸੂਟਕੇਸ ਖੋਲ੍ਹਿਆ, ਵਿੱਚੋਂ ਨੀਲੇ ਰੰਗ ਦਾ ਸੂਟ ਕੱਢਿਆ ਤੇ ਬਾਥਰੂਮ ਵਿੱਚ ਚਲੀ ਗਈ। ਫਰੈਸ਼ ਹੋ ਕੇ ਉਹ ਆਪਣੇ ਕਮਰੇ ਵਿੱਚ ਆਈ ਤਾਂ ਦੇਖਿਆ ਕਿ ਜੱਸ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ। ਉਹ ਹੌਲੀ ਜਿਹੀ ਮੁਸਕਰਾਈ ਤੇ ਉਸਦੇ ਕੋਲ ਲੇਟ ਗਈ। ਅਗਲੇ ਦਿਨ ਤੜਕੇ ਹੀ ਉਹ ਤਿਆਰ ਹੋ ਕੇ ਕਮਰੇ ਤੋਂ ਬਾਹਰ ਆ ਗਈ। ਜਦੋਂ ਉਹ ਰਸੋਈ ਵਿੱਚ ਪਹੁੰਚੀ ਤਾਂ ਉਸਨੇ ਦੇਖਿਆ ਕਿ ਉਸਦਾ ਸਹੁਰਾ ਤੇ ਨਨਾਣ ਦੋਵੇਂ ਨਾਸ਼ਤੇ ਦੀ ਤਿਆਰੀ ਕਰ ਰਹੇ ਸਨ। ਸਿੰਮੀ ਨੂੰ ਦੇਖਦਿਆਂ ਹੀ ਉਸਦਾ ਸਹੁਰਾ ਕਹਿਣ ਲੱਗਾ, "ਨੋ ਤੂੰ ਤਾਂ ਬਹੁਤ ਜਲਦੀ ਉੱਠ ਗਈ।" ਸਿੰਮੀ ਨੇ ਹੌਲੀ ਜਿਹੇ ਮੁਸਕਰਾਉਂਦਿਆਂ ਹੋਇਆਂ ਕਿਹਾ, "ਪਾਪਾ ਜੀ, ਮੈਨੂੰ ਤਾਂ ਸ਼ੁਰੂ ਤੋਂ ਹੀ ਜਲਦੀ ਉੱਠਣ ਦੀ ਆਦਤ ਹੈ, ਤੁਸੀਂ ਨਾਸ਼ਤਾ ਕਿਉਂ ਬਣਾ ਰਹੇ ਹੋ? ਲਿਆਓ, ਮੈਂ ਬਣਾ ਦੇਵਾਂਗੀ।" ਉਸਦੇ ਸਹੁਰੇ ਨੇ ਮੁਸਕਰਾਉਂਦੇ ਹੋਏ ਕਿਹਾ, "ਨੋ ਮੈਨੂੰ ਨਹੀਂ ਲੱਗਦਾ ਕਿ ਘਰ ਦੀ ਰਸੋਈ ਦਾ ਕੰਮ ਸਿਰਫ ਨੋ ਹੀ ਕਰੇਗੀ, ਮੈਂ ਤਾਂ ਸ਼ੁਰੂ ਤੋਂ ਹੀ ਨਾਸ਼ਤਾ ਬਣਾਉਂਦਾ ਆ ਰਿਹਾ ਹਾਂ। ਤੁਸੀਂ ਦੁਪਹਿਰ ਦਾ ਖਾਣਾ ਬਣਾਉਣਾ ਤੇ ਰਾਤ ਦਾ ਖਾਣਾ ਅਸੀਂ ਸਾਰੇ ਇਕੱਠੇ ਬਣਾਵਾਂਗੇ।" ਇਹ ਗੱਲ ਸੁਣ ਕੇ ਸਿੰਮੀ ਬਹੁਤ ਖੁਸ਼ ਹੋਈ ਕਿ ਉਸਦਾ ਸਹੁਰਾ ਤੇ ਨਨਾਣ ਕਿੰਨੇ ਚੰਗੇ ਨੇ। ਹੌਲੀ ਹੌਲੀ ਸਿੰਮੀ ਸਭ ਨਾਲ ਘੁਲ ਮਿਲ ਗਈ।
ਪਰ ਪਤੀ ਪਤਨੀ ਦੇ ਵਿੱਚ ਦੂਰੀ ਅਜੇ ਵੀ ਬਣੀ ਹੋਈ ਸੀ। ਜੱਸ ਵੀ ਸਿੰਮੀ ਦੀ ਉਡੀਕ ਬੇਸਬਰੀ ਨਾਲ ਕਰ ਰਿਹਾ ਸੀ ਕਿ ਉਹ ਉਸ ਨੂੰ ਆਪਣੇ ਨੇੜੇ ਆਉਣ ਲਈ ਕਹੇ। ਆਖਰਕਾਰ 2 ਮਹੀਨਿਆਂ ਬਾਅਦ ਉਹਨਾਂ ਦੀ ਇਹ ਦੂਰੀ ਖਤਮ ਹੋਈ। ਇਸੇ ਦੌਰਾਨ ਇੱਕ ਦਿਨ ਸਿੰਮੀ ਦੇ ਸਹੁਰੇ ਨੇ ਉਸ ਨੂੰ ਕਿਹਾ, "ਨੋ, ਤੇਰੀ ਭੂਆ ਸੱਸ ਤੈਨੂੰ ਮਿਲਣ ਆ ਰਹੀ ਹੈ। ਜਦੋਂ ਤੁਹਾਡਾ ਵਿਆਹ ਹੋਇਆ ਤਾਂ ਉਸ ਦੀ ਨੂੰਹ ਦੀ ਡਿਲੀਵਰੀ ਹੋਣ ਵਾਲੀ ਸੀ, ਇਸ ਲਈ ਉਹ ਆਪਣੀ ਨੂੰਹ ਕੋਲ ਅਮਰੀਕਾ ਗਈ ਸੀ। ਹੁਣ ਉਹ ਵਾਪਸ ਆ ਗਈ ਹੈ, ਇਸ ਲਈ ਹੁਣ ਉਹ ਤੁਹਾਨੂੰ ਮਿਲਣ ਆ ਰਹੀ ਹੈ।" ਇਹ ਸੁਣ ਕੇ ਸਿੰਮੀ ਬਹੁਤ ਖੁਸ਼ ਹੋਈ ਤੇ ਉਹ ਖੁਸ਼ੀ-ਖੁਸ਼ੀ ਆਪਣੀ ਭੂਆ ਸੱਸ ਦੇ ਆਉਣ ਦੀ ਤਿਆਰੀ ਕਰਨ ਲੱਗੀ। ਸਿੰਮੀ ਨੇ ਰਸੋਈ ਵਿੱਚ ਜ਼ਰੂਰਤ ਦਾ ਸਾਰਾ ਸਮਾਨ ਮੰਗਵਾ ਲਿਆ ਤੇ ਭੂਆ ਦੇ ਰਹਿਣ ਲਈ ਇੱਕ ਕਮਰਾ ਵੀ ਤਿਆਰ ਕਰ ਦਿੱਤਾ। ਜਿਵੇਂ ਹੀ ਭੂਆ ਆਈ, ਸਿੰਮੀ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸਦੀ ਭੂਆ ਸੱਸ ਸਿੰਮੀ ਨੂੰ ਦੇਖ ਕੇ ਹੈਰਾਨ ਰਹਿ ਗਈ। ਉਸਨੇ ਤੁਰੰਤ ਜੱਸ ਨੂੰ ਬੁਲਾਇਆ। ਜਦੋਂ ਜੱਸ ਭੱਜ ਕੇ ਆਪਣੀ ਭੂਆ ਕੋਲ ਆਇਆ ਤਾਂ ਉਸਦੀ ਭੂਆ ਰੌਲਾ ਪਾ ਕੇ ਕਹਿਣ ਲੱਗੀ, "ਪੁੱਤ, ਤੂੰ ਇਸ ਕੁੜੀ ਨੂੰ ਤਲਾਕ ਦੇ ਦੇ।" ਜੱਸ ਘਬਰਾ ਕੇ ਭੂਆ ਵੱਲ ਦੇਖਣ ਲੱਗਾ। ਸਿੰਮੀ ਵੀ ਹੈਰਾਨ ਸੀ। ਭੂਆ ਨੇ ਉੱਚੀ ਆਵਾਜ਼ ਵਿੱਚ ਕਿਹਾ, "ਕਲਮੂਹੀ, ਤੂੰ ਮੈਨੂੰ ਇਸ ਤਰ੍ਹਾਂ ਕਿਉਂ ਦੇਖ ਰਹੀ ਹੈ? ਲੱਗਦਾ ਹੈ ਤੂੰ ਮੈਨੂੰ ਪਹਿਚਾਣਿਆ ਨਹੀਂ। ਜਿਸ ਹਸਪਤਾਲ ਵਿੱਚ ਤੂੰ ਆਪਣਾ ਗਰਭਪਾਤ ਕਰਵਾਉਣ ਆਈ ਸੀ, ਮੈਂ ਉਸ ਹਸਪਤਾਲ ਵਿੱਚ ਹੈੱਡ ਨਰਸ ਸੀ।" ਇਹ ਸੁਣ ਕੇ ਸਿੰਮੀ ਦੇ ਚਿਹਰੇ ਦਾ ਰੰਗ ਉੱਡ ਗਿਆ। ਜੱਸ ਨੇ ਕਿਹਾ, "ਭੂਆ ਜੀ, ਅੰਦਰ ਚੱਲੋ, ਇਹ ਸਭ ਗੱਲਾਂ ਨਾ ਕਰੋ।" ਉਸਦੀ ਭੂਆ ਨੇ ਹੈਰਾਨੀ ਨਾਲ ਕਿਹਾ, "ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਹੈ? ਕੀ ਤੁਸੀਂ ਇਹ ਵੀ ਨਹੀਂ ਜਾਣਦੇ ਹੋ ਕਿ ਉਸਨੇ ਇਹ ਸਭ ਕਦੋਂ ਕਰਵਾਇਆ ਸੀ? ਉਸਨੇ ਵਿਆਹ ਤੋਂ ਪਹਿਲਾਂ ਇਹ ਕਰਵਾ ਲਿਆ ਸੀ। ਪੁੱਛ ਇਸ ਨੂੰ, ਕਿੱਥੇ ਮੂੰਹ ਕਾਲਾ ਕਰਾ ਕੇ ਆਈ ਹੈ?" ਸਿੰਮੀ ਦਾ ਸਹੁਰਾ ਇਹ ਸਭ ਸੁਣ ਕੇ ਹੈਰਾਨ ਰਹਿ ਗਿਆ। ਉਸ ਦੀ ਨਨਾਣ ਵੀ ਆਪਣੀ ਭਾਬੀ ਵੱਲ ਹੈਰਾਨੀ ਨਾਲ ਦੇਖ ਰਹੀ ਸੀ। ਸੱਚ ਜਾਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਸਿੰਮੀ ਨੇ ਵਿਆਹ ਤੋਂ ਪਹਿਲਾਂ ਕੁਝ ਅਜਿਹਾ ਵੀ ਕੀਤਾ ਹੋਵੇਗਾ। ਸਿੰਮੀ ਤੋਂ ਇਹ ਸਭ ਸਹਿਣ ਨਹੀਂ ਹੋਇਆ। ਉਹ ਭੱਜ ਕੇ ਆਪਣੇ ਕਮਰੇ ਵਿੱਚ ਚਲੀ ਗਈ। ਸਭ ਦੇ ਸਾਹਮਣੇ ਇਸ ਤਰ੍ਹਾਂ ਜਲੀਲ ਹੋਣ ਤੋਂ ਬਾਅਦ ਹੁਣ ਉਹ ਕਿਸੇ ਨਾਲ ਅੱਖ ਨਹੀਂ ਮਿਲਾ ਰਹੀ ਸੀ। ਫਿਰ ਜੱਸ ਨੇ ਉੱਚੀ ਆਵਾਜ਼ ਵਿੱਚ ਕਿਹਾ, "ਚੁੱਪ ਹੋ ਜਾਓ ਭੂਆ ਜੀ, ਤੁਹਾਨੂੰ ਮੇਰੀ ਪਤਨੀ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਨ ਦਾ ਕੋਈ ਹੱਕ ਨਹੀਂ ਹੈ। ਕੀ ਤੁਹਾਨੂੰ ਇਹ ਪਤਾ ਹੈ ਕਿ ਸਿੰਮੀ ਨਾਲ ਕੀ ਹੋਇਆ ਸੀ?" ਸਿੰਮੀ ਆਪਣੇ ਕਾਲਜ ਦੀ ਪਾਰਟੀ ਤੇ ਗਈ ਹੋਈ ਸੀ। ਉਸ ਦੇ ਇੱਕ ਦੋਸਤ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਲੋਕਾਂ ਦੇ ਡਰ ਤੇ ਸ਼ਰਮ ਕਾਰਨ ਸਿੰਮੀ ਨੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਤੇ ਉਸਨੇ ਆਪਣਾ ਇਲਾਜ ਕਰਵਾ ਦਿੱਤਾ। ਫਿਰ ਜਦੋਂ ਉਸਦੇ ਲਈ ਰਿਸ਼ਤੇ ਆਉਣ ਲੱਗੇ ਤਾਂ ਉਸਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਪਰ ਉਸਦੇ ਮਾਤਾ-ਪਿਤਾ ਇਸ ਗੱਲ ਤੇ ਅੜੇ ਹੋਏ ਸਨ ਕਿ ਉਸਨੂੰ ਵਿਆਹ ਕਰਵਾਉਣਾ ਹੀ ਪਏਗਾ। ਉਸਦੇ ਪਿਤਾ ਦਿਲ ਦੇ ਮਰੀਜ਼ ਸਨ, ਇਸ ਲਈ ਸਿੰਮੀ ਘਰ ਵਿੱਚ ਵੀ ਕੁਝ ਨਹੀਂ ਦੱਸ ਸਕਦੀ ਸੀ। ਪਰ ਜਦੋਂ ਮੈਂ ਉਸਨੂੰ ਪਹਿਲੀ ਵਾਰ ਮਿਲਿਆ ਤਾਂ ਉਸਨੇ ਮੈਨੂੰ ਆਪਣੀ ਦਰਦ ਭਰੀ ਕਹਾਣੀ ਦੱਸ ਦਿੱਤੀ ਸੀ ਤੇ ਮੈਨੂੰ ਕਿਹਾ ਕਿ ਮੈਂ ਖੁਦ ਇਸ ਰਿਸ਼ਤੇ ਤੋਂ ਇਨਕਾਰ ਕਰ ਦੇਵਾਂ। ਪਰ ਮੈਂ ਉਸਨੂੰ ਕਿਹਾ ਕਿ ਜੋ ਕੁਝ ਵੀ ਹੋਇਆ ਇਸ ਵਿੱਚ ਤੁਹਾਡਾ ਕੋਈ ਕਸੂਰ ਨਹੀਂ ਹੈ, ਇਸ ਲਈ ਤੁਹਾਨੂੰ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੈ। ਤੇ ਫਿਰ ਸਾਡੀ ਮੰਗਣੀ ਤੈਅ ਹੋ ਗਈ ਸੀ। ਮੈਂ ਵਾਰ-ਵਾਰ ਸਿੰਮੀ ਨੂੰ ਕਹਿੰਦਾ ਸੀ ਕਿ ਜੇਕਰ ਇਹ ਸਭ ਕੁਝ ਸਾਹਮਣੇ ਆਇਆ ਤਾਂ ਉਸਦੇ ਪਿਤਾ ਦੀ ਸਿਹਤ ਤੇ ਮਾੜਾ ਅਸਰ ਪਵੇਗਾ। ਉਸ ਮੁੰਡੇ ਨੂੰ ਉਸਦੇ ਕੀਤੇ ਦੀ ਸਜ਼ਾ ਮਿਲ ਗਈ ਸੀ, ਇਸ ਲਈ ਮੈਂ ਵੀ ਉਸ ਦਿਨ ਤੋਂ ਉਸ ਨੂੰ ਕੁਝ ਨਹੀਂ ਕਿਹਾ ਤੇ ਸਿੰਮੀ ਮੇਰੀ ਪਤਨੀ ਬਣ ਕੇ ਇਸ ਘਰ ਵਿੱਚ ਆ ਗਈ ਤੇ ਹੌਲੀ-ਹੌਲੀ ਉਹ ਆਪਣਾ ਦਰਦ ਭੁੱਲਣ ਲੱਗੀ ਸੀ। ਪਰ ਅੱਜ ਤੁਸੀਂ ਆ ਕੇ ਉਸਦੇ ਜ਼ਖਮ ਹਰੇ ਕਰ ਦਿੱਤੇ ਹਨ। ਸਭ ਕੁਝ ਜਾਣਨ ਤੋਂ ਬਾਅਦ ਜੱਸ ਦੇ ਪਿਤਾ ਨੇ ਕਿਹਾ, "ਪੁੱਤਰ, ਮੈਨੂੰ ਤੇਰੇ ਤੇ ਮਾਣ ਹੈ। ਭਾਵੇਂ ਤੂੰ ਇਹ ਸੱਚ ਸਾਡੇ ਤੋਂ ਛੁਪਾਇਆ ਹੈ, ਇਸ ਦਾ ਮੈਨੂੰ ਥੋੜਾ ਬੁਰਾ ਵੀ ਲੱਗਿਆ ਹੈ, ਪਰ ਤੂੰ ਇੱਕ ਕੁੜੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਈ ਹੈ।" ਰੂਬੀ ਨੇ ਵੀ ਕਿਹਾ, "ਭਰਾ, ਮੈਨੂੰ ਵੀ ਤੁਹਾਡੇ ਤੇ ਮਾਣ ਹੈ। ਮੈਂ ਇੱਕ ਕੁੜੀ ਹੋਣ ਦੇ ਨਾਤੇ ਭਾਬੀ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦੀ ਹਾਂ।" ਫਿਰ ਉਹ ਝੱਟ ਆਪਣੀ ਭਾਬੀ ਕੋਲ ਗਈ ਤੇ ਉਸ ਨੂੰ ਜੱਫੀ ਪਾ ਕੇ ਬੋਲੀ, "ਭਾਬੀ, ਤੁਸੀਂ ਇੰਨੇ ਸਮੇਂ ਤੋਂ ਸਭ ਕੁਝ ਸਹਿ ਰਹੇ ਹੋ। ਤੁਹਾਨੂੰ ਘੱਟੋ-ਘੱਟ ਮੈਨੂੰ ਤਾਂ ਸਭ ਕੁਝ ਦੱਸ ਦੇਣਾ ਚਾਹੀਦਾ ਸੀ। ਪਰ ਕੋਈ ਗੱਲ ਨਹੀਂ, ਤੁਸੀਂ ਹੁਣ ਤੋਂ ਹਮੇਸ਼ਾ ਖੁਸ਼ ਰਹੋਗੇ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਤੁਹਾਡੇ ਨਾਲ ਗਲਤ ਕਰਨ ਵਾਲੇ ਦੋਸ਼ੀ ਨੂੰ ਉਸਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇ। ਸਿੰਮੀ ਆਪਣੀ ਨਨਾਣ ਨੂੰ ਜੱਫੀ ਪਾ ਕੇ ਰੋਣ ਲੱਗ ਪਈ। ਫਿਰ ਇਸ ਦਾ ਸਹੁਰਾ ਵੀ ਕਮਰੇ ਵਿੱਚ ਆ ਗਿਆ ਤੇ ਉਹ ਆ ਕੇ ਕਹਿਣ ਲੱਗਾ, "ਨੋ, ਜੋ ਵੀ ਹੋਇਆ ਉਸ ਵਿੱਚ ਤੇਰਾ ਕੋਈ ਕਸੂਰ ਨਹੀਂ ਸੀ, ਇਸ ਲਈ ਆਪਣੇ ਮਨ ਉੱਤੇ ਕੋਈ ਬੋਝ ਨਾ ਰੱਖੀ। ਇਸ ਘਰ ਵਿੱਚ ਤੁਸੀਂ ਪਹਿਲਾਂ ਵਾਂਗ ਹੀ ਖੁਸ਼ ਰਹੋਗੇ, ਤਾਂ ਹੀ ਸਾਨੂੰ ਚੰਗਾ ਲੱਗੇਗਾ।" ਸਹੁਰੇ ਦੀ ਗੱਲ ਸੁਣ ਕੇ ਸਿੰਮੀ ਨੂੰ ਥੋੜਾ ਹੌਸਲਾ ਹੋਇਆ
ਸਿੰਮੀ ਨੂੰ ਬਹੁਤ ਵਧੀਆ ਪਰਿਵਾਰ ਮਿਲਿਆ ਸੀ, ਜੋ ਇੰਨੀ ਵੱਡੀ ਸੱਚਾਈ ਜਾਣਨ ਤੋਂ ਬਾਅਦ ਵੀ ਉਸ ਦਾ ਸਾਥ ਦੇ ਰਿਹਾ ਸੀ। ਹੁਣ ਜਦੋਂ ਸਿੰਮੀ ਦਾ ਸਾਰਾ ਪਰਿਵਾਰ ਉਸ ਦੇ ਨਾਲ ਸੀ ਤਾਂ ਭੂਆ ਵੀ ਚੁੱਪ ਹੋ ਗਈ, ਕਿਉਂਕਿ ਉਹਨਾਂ ਨੂੰ ਪੂਰੀ ਸੱਚਾਈ ਨਹੀਂ ਪਤਾ ਸੀ ਕਿ ਸਿੰਮੀ ਕਿਸ ਦਰਦ ਵਿੱਚੋਂ ਲੰਘੀ ਹੈ। ਪਰ ਅੱਜ ਸੱਚਾਈ ਜਾਣ ਕੇ ਉਸ ਦਾ ਮਨ ਵੀ ਬਹੁਤ ਦੁਖੀ ਹੋਇਆ ਕਿ ਕਿਵੇਂ ਮੁੰਡੇ ਕੁੜੀਆਂ ਦੀ ਜ਼ਿੰਦਗੀ ਨਾਲ ਖੇਡ ਕੇ ਸਿਰ ਉੱਚਾ ਕਰਕੇ ਫਿਰਦੇ ਹਨ ਤੇ ਸਿਰਫ ਕੁੜੀਆਂ ਹੀ ਉਮਰ ਭਰ ਇਹ ਦਰਦ ਝੱਲਦੀਆਂ ਰਹਿੰਦੀਆਂ ਹਨ। ਇਸੇ ਲਈ ਉਹਨਾਂ ਨੇ ਸਿੰਮੀ ਨੂੰ ਕੁਝ ਨਹੀਂ ਕਿਹਾ ਤੇ ਆਪਣੇ ਮਾੜੇ ਵਿਵਹਾਰ ਦੀ ਮਾਫੀ ਵੀ ਮੰਗੀ। ਸਿੰਮੀ ਬਹੁਤ ਖੁਸ਼ ਸੀ। ਭਾਵੇਂ ਉਸ ਦੀ ਜ਼ਿੰਦਗੀ ਵਿੱਚ ਕੋਈ ਦੁਖਦਾਈ ਪਲ ਆਇਆ ਸੀ, ਪਰ ਹੁਣ ਉਸ ਦਾ ਪੂਰਾ ਪਰਿਵਾਰ ਉਸ ਦਰਦ ਤੋਂ ਬਾਹਰ ਨਿਕਲਣ ਵਿੱਚ ਉਸ ਦੀ ਮਦਦ ਕਰ ਰਿਹਾ ਸੀ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।